ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਗੁਰੂ ਚਰਨਾਂ ਵਿੱਚ ਜੁੜਨ ਦਾ, ਸਤਿਗੁਰੂ ਜੀ ਦੇ ਦੀਦਾਰ ਕਰਨ ਦਾ, ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਤਥਾ ਰਹਿਰਾਸ ਸਾਹਿਬ ਦੇ ਪਾਠ ਸਰਵਣ ਕਰਨ ਦਾ ਸੁਭਾਗ ਵਡਭਾਗੀ ਰੂਹਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਪਵਿੱਤਰ ਸਥਾਨ ਪਰ ਜੋ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਚੱਲ ਰਹੀ ਹੈ, ਜਿਸ ਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੱਲਿਆ ਆ ਰਿਹਾ ਹੈ, ਜਿਸ ਨੂੰ ਆਪਾਂ ਰੋਜ਼ਾਨਾ ਪੜ੍ਹਦੇ ਸੁਣਦੇ ਵਿਚਾਰਦੇ ਹਾਂ। ਜਿਵੇਂ ਸਤਿਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਵਿਖੇ ਬਿਰਾਜ ਰਹੇ ਹਨ, ਸਤਿਗੁਰਾਂ ਦੇ ਹੁਕਮ ਨੂੰ ਪਾ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਸੰਗਤ ਦੇ ਵਿੱਚ ਬੈਠ ਕੇ ਗੁਰੂ ਕੀਆਂ ਸੰਗਤਾਂ ਦੇ, ਗੁਰੂ ਕੇ ਵਿਦਵਾਨ ਸਿੱਖਾਂ ਦੇ ਸ਼ੰਕਿਆਂ ਨੂੰ ਨਿਵਰਤ ਕਰ ਰਹੇ ਹਨ। ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਿਆਂ ਹੋਇਆਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬ੍ਰਹਮ ਗਿਆਨ 4 ਪ੍ਰਕਾਰ ਦਾ ਹੁੰਦਾ ਹੈ: ਸ਼ਰਵਣ, ਮੰਨਣ, ਨਿਧਿਆਸਨ ਔਰ ਇਸੇ ਪ੍ਰਕਾਰ ਸਾਖਿਆਤ। ਸੋ ਇਹ ਚਾਰੇ ਅਵਸਥਾਵਾਂ ਉਹਨਾਂ ਨੂੰ ਇਕੱਲੇ ਨੂੰ ਜਿਵੇਂ ਖੋਲ੍ਹ ਕੇ ਬੜੇ ਵਿਸਥਾਰ ਸਹਿਤ ਪਿਆਰੇ ਭਾਈ ਦਇਆ ਸਿੰਘ ਜੀ ਨੇ ਬਿਆਨ ਕੀਤਾ, ਸੰਗਤਾਂ ਨੂੰ ਉਪਦੇਸ਼ ਦਿੱਤਾ। ਉਸੇ ਉਪਦੇਸ਼ ਨੂੰ ਪਿਆਰੇ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਗੁਰੂ ਘਰ ਦੇ ਸੇਵਾਦਾਰ ਸਿੱਖ ਨੇ, ਉਸ ਮਹਾਤਮਾ ਨੇ ਆਪਣੀ ਕਲਮ ਦੁਆਰਾ ਕਲਮਬੱਧ ਕੀਤਾ ਹੈ। ਛੰਦਾਬੰਦੀ ਕਵਿਤਾ ਦੇ ਵਿੱਚ ਬਣਾ ਕੇ, ਤੁਕਾਂ ਬਣਾ ਕੇ ਗੁੰਥਨ ਕੀਤਾ ਹੈ ਭਾਈ ਦਇਆ ਸਿੰਘ ਜੀ ਦੇ ਵਿਚਾਰਾਂ ਨੂੰ। ਸੋ ਸਭ ਤੋਂ ਪਹਿਲਾਂ ਦੱਸਿਆ ਕਿ ਸ਼ਰਵਣ, ਉਹ ਸ਼ਰਵਣ ਦੇ ਅੱਗੇ ਖਟਲਿੰਗ ਦੱਸੇ, 6 ਪ੍ਰਕਾਰ ਦੱਸੇ ਕਿ ਇਹ 6 ਪ੍ਰਕਾਰ ਕਰਕੇ ਜਿਹੜਾ ਸ਼ਰਵਣ ਕਰਨਾ ਹੈ ਉਹ ਅਸਲੀ ਸੁਣਨਾ ਹੈ, ਅਸਲੀ ਸ਼ਰਵਣ ਕਰਨਾ ਹੈ। ਉਸ ਤੋਂ ਬਾਅਦ ਮੰਨਣ ਦਾ ਜ਼ਿਕਰ ਕੀਤਾ ਕਿ ਮਨ ਜਿਹੜਾ ਹੈ ਇਹ 5 ਪ੍ਰਕਾਰ ਦੀਆਂ ਬਿਰਤੀਆਂ ਦੇ ਵਿੱਚੋਂ, 5 ਪ੍ਰਕਾਰ ਦੀਆਂ ਅਵਸਥਾਵਾਂ ਦੇ ਵਿੱਚੋਂ ਹਮੇਸ਼ਾ ਗੁਜ਼ਰਦਾ ਰਹਿੰਦਾ ਹੈ, ਲੰਘਦਾ ਰਹਿੰਦਾ ਹੈ। ਸੋ ਇਹ ਜਿਹੜੀਆਂ ਮੰਨਣ ਦੀਆਂ 5 ਅਵਸਥਾਵਾਂ ਹਨ, ਸੋ 5 ਅਵਸਥਾਵਾਂ ਜਿਹੜੀਆਂ ਮੰਨਣ ਦੀਆਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਦੱਸੀਆਂ। 5 ਪ੍ਰਕਾਰ ਦੀਆਂ ਬਿਰਤੀਆਂ ਵਿੱਚ ਮਨ ਵਿਚਰਦਾ ਹੈ: ਪ੍ਰਮਾਣ, ਵਿਪਰਜੈ, ਵਿਕਲਪ, ਨਿੰਦਰਾ, ਸਿਮਰਤੀ। ਸੋ ਇਹਨਾਂ ਜਿਹੜੀਆਂ 5 ਪ੍ਰਕਾਰ ਦੀਆਂ ਬਿਰਤੀਆਂ ਤੋਂ ਜਦੋਂ ਜਿਹੜਾ ਆਤਮ ਹੈ, ਅੰਤਸ਼ਕਰਨ ਹੈ, ਇਹ ਰਹਿਤ ਹੋ ਜਾਏ, ਮਨ ਬੁੱਧੀ ਰਹਿਤ ਹੋ ਜਾਏ, ਸੋ ਜੋ ਸੁਣਿਆ ਹੋਇਆ ਗੁਰ ਉਪਦੇਸ਼ ਹੈ ਉਹਨੂੰ ਵਾਰ-ਵਾਰ ਉਸ ਦੀ ਵਿਚਾਰ ਕਰਨਾ, ਇਹਨੂੰ ਮੰਨਣਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਭਿਆਸ ਦੱਸਿਆ। ਕੱਲ੍ਹ ਦੇ ਦੀਵਾਨ ਵਿੱਚ ਸੁਣਿਆ ਆਪਾਂ ਕਿ ਇੱਕ ਤਾਂ ਹੈ ਅਲਪ ਅਭਿਆਸ, ਦੂਸਰਾ ਹੈ ਦ੍ਰਿੜ ਅਭਿਆਸ। ਆਪਣੇ ਸਰੂਪ ਦੀ ਲਖਤਾ ਦੇ ਵਾਸਤੇ, ਆਪਣੇ ਆਪੇ ਨੂੰ ਜਾਣਨ ਵਾਸਤੇ, ਬ੍ਰਹਮ ਦੇ ਗਿਆਨ ਦੇ ਵਾਸਤੇ ਜੋ ਕੁਝ ਸਮਾਂ ਕੱਢ ਕੇ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਥੋੜ੍ਹਾ ਅਭਿਆਸ ਕਰਨਾ, ਇਸ ਨੂੰ ਅਲਪ ਅਭਿਆਸ ਕਿਹਾ ਜਾਂਦਾ ਹੈ।
ਔਰ ਇਸੇ ਪ੍ਰਕਾਰ ਜੋ ਦੀਰਘ ਸਮਾਂ ਔਰ ਨਿਰੰਤਰ 8 ਪਹਿਰ ਹੀ ਸਰੂਪ ਦੀ ਸਾਖਿਆਤਤਾ ਦੇ ਲਈ ਯਤਨ ਕਰਨਾ ਹੈ, ਸੋ ਇਸ ਨੂੰ ਜਿਹੜਾ ਦ੍ਰਿੜ ਅਭਿਆਸ ਕਿਹਾ ਜਾਂਦਾ ਹੈ। ਇੱਕ ਅਲਪ ਅਭਿਆਸ ਹੈ, ਦੂਸਰਾ ਦ੍ਰਿੜ ਅਭਿਆਸ। ਵਿਸ਼ਿਆਂ ਆਦਿਕ ਦੇ ਵਿੱਚੋਂ ਜਦੋਂ ਪ੍ਰੀਤੀ ਮਨ ਦੀ ਬਿਰਤੀਆਂ ਦੀ ਖਤਮ ਹੋ ਜਾਵੇ ਤਾਂ ਉਸ ਨੂੰ ਵੈਰਾਗ ਕਿਹਾ ਜਾਂਦਾ ਹੈ। ਵੈਰਾਗ ਅੱਗੇ 4 ਪ੍ਰਕਾਰ ਦਾ ਹੈ, ਯਤਮਾਨ ਹੈ, ਵਿਤਰੇਕ ਹੈ, ਇੱਕ ਇੰਦਰੈ ਵੈਰਾਗ ਹੈ, ਔਰ ਇਸੇ ਪ੍ਰਕਾਰ ਵਸੀਕਾਰ ਵੈਰਾਗ ਹੈ। ਇਹ ਆਪਾਂ ਬੀਤੇ ਕੱਲ ਸਰਵਣ ਕਰ ਲਿਆ ਸੀ ਕਿ ਜਿਹੜੇ ਇਸ ਮਾਤ ਲੋਕ ਤੋਂ ਲੈ ਕੇ ਇੰਦਰ ਲੋਕ ਤੱਕ ਦੇ, ਦੇਵ ਲੋਕ ਤੱਕ ਦੇ ਸਕਲ ਪਦਾਰਥ ਹੈ ਜਿੰਨੇ, ਜਦੋਂ ਸਾਡੇ ਮਨ ਨੂੰ, ਸਾਡੇ ਅੰਤःਕਰਨ ਨੂੰ ਇਹ ਸੋਝੀ ਆ ਜਾਵੇ ਵੀ ਇਹ ਨਾਸ਼ਵਾਨ ਹੈ, ਕਾਂ ਦੀ ਬਿੱਠ ਦੇ ਵਾਂਗੂ ਕਾਕ ਵਿਸ਼ਟਾ ਸਮ ਲੱਗਣ ਲੱਗ ਜਾਣ, ਉਸ ਵੇਲੇ ਅਸਲ ਵੈਰਾਗ ਜਿਹੜਾ ਉਹ ਮਨੁੱਖ ਧਾਰਨ ਕਰ ਲੈਂਦਾ ਹੈ। ਮਨੁੱਖਾ ਮਨ ਅਸਲ ਵੈਰਾਗ ਦੇ ਵਿੱਚ ਆ ਜਾਂਦਾ ਹੈ। ਇੱਥੋਂ ਤੱਕ ਆਪਾਂ ਕੱਲ੍ਹ ਸਰਵਣ ਕੀਤਾ ਸੀ। ਸੋ ਅੱਗੇ ਜਿਵੇਂ ਬ੍ਰਹਮ ਗਿਆਨ ਦਾ ਹੋਰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਪਿਆਰੇ ਭਾਈ ਦਇਆ ਸਿੰਘ ਜੀ ਨਿਧਿਆਸਣ ਦੱਸਦੇ ਆ ਵੀ ਨਿਧਿਆਸਣ ਕਿਸ ਨੂੰ ਕਿਹਾ ਜਾਂਦਾ ਹੈ, ਉਹ ਆਪਾਂ ਬੜੇ ਪਿਆਰ ਦੇ ਵਿੱਚ ਆ ਕੇ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਧਿਆਸਨ ਅਰਥ ਮੰਨਣੀ ਕੀ ਵਿਦਨ। ਜਿਹੜੀ ਪਿੱਛੇ ਮੰਨਣ ਦੀ ਅਵਸਥਾ ਦੱਸੀ ਹੈ, ਕਹਿੰਦੇ ਜਦੋਂ ਮੰਨਣ ਕਰ ਲੈਣਾ, ਨੇਕੀ ਵਿਦਨ ਭਲੀ ਪ੍ਰਕਾਰ ਕਰਕੇ ਮੰਨਣ ਦੀ ਅਵਸਥਾ ਪਰਪੱਕ ਹੋ ਜਾਵੇ। ਭਾਵ ਜੋ ਸਰਵਣ ਕੀਤਾ ਹੈ ਉਸ ਦੀ ਵਾਰ-ਵਾਰ ਵਿਚਾਰ ਕਰਨ ਨੂੰ ਮੰਨਣ ਕਹਿੰਦੇ ਹੈ। ਜਦੋਂ ਕਹਿੰਦੇ ਮਨ ਦੀ ਜਿਹੜੀ ਹੈ, ਮੰਨਣ ਦੀ ਜਿਹੜੀ ਬਿਰਤੀ ਪਰਪੱਕ ਹੋ ਜਾਵੇ, ਉਸ ਤੋਂ ਬਾਅਦ ਕਹਿੰਦੇ ਨਿਧਿਆਸਣ ਹੁੰਦਾ ਹੈ। ਫਿਰ ਦਿਨ ਰਾਤ ਦੇ ਅਭਿਆਸ ਦੇ ਨਾਲ ਦਿਨ ਰਾਤ ਜਿਹੜਾ ਅਭਿਆਸ ਕਰਦੇ ਰਹਿਣਾ ਹੈ, ਇਹਨੂੰ ਨਿਧਿਆਸਣ ਕਿਹਾ ਜਾਂਦਾ ਹੈ। ਨਿਧਿਆਸਣ ਵਾਰ-ਵਾਰ ਜੋ ਅਭਿਆਸ ਕਰਨਾ, ਇਹਦਾ ਨਾਮ ਨਿਧਿਆਸਣ ਹੈ। ਤੇ ਕਹਿੰਦੇ ਇਸ ਪ੍ਰਕਾਰ ਨਿਧਿਆਸਣ ਕਰਦਿਆਂ ਦਿਨ ਰਾਤ ਦਾ ਅਭਿਆਸ ਕਰੀ ਜਾਣਾ, ਵਾਹਿਗੁਰੂ ਮੰਤਰ ਦਾ ਜਾਪ ਜਪੀ ਜਾਣਾ, ਇਹਦੇ ਨਾਲ ਕਹਿੰਦੇ ਪ੍ਰਾਪਤੀ ਕੀ ਹੁੰਦੀ ਹੈ? ਪੁਨ ਸਖਿਆਤ ਅਦੋਤ। ਨਿਧਿਆਸਣ ਦੇ ਨਾਲ ਪ੍ਰਾਪਤੀ ਹੁੰਦੀ ਹੈ ਕਿ ਸਾਖਿਆਤ ਪ੍ਰਤੱਖ ਰੂਪ ਦੇ ਵਿੱਚ ਉਹ ਜਿਹੜਾ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਸੋ ਇਸੇ ਪ੍ਰਕਾਰ ਅੱਗੇ ਕਹਿੰਦੇ ਆ ਵੀ ਨਿਧਿਆਸਣ ਦੇ ਲੱਛਣ ਸੁਣੋ, ਵੀ ਨਿਧਿਆਸਣ ਕਹਿੰਦੇ ਕਿਹਨੂੰ ਹਨ? ਜਿਵੇਂ ਕਹਿੰਦੇ ਸਿਆਣੇ ਕਹਿਣ ਦੇ ਵਿੱਚ ਚਤੁਰ ਵਿਚੱਛਣ ਜਿਹੜੇ ਸੰਤ ਆ ਉਹਨਾਂ ਨੇ ਦੱਸਿਆ, ਉਸ ਪ੍ਰਕਾਰ ਮੈਂ ਦੱਸਦਾ ਹਾਂ। ਦੇਹ ਆਦਿਕ ਦੀ ਜਿਹੜੀ ਪ੍ਰਤੀਤੀ ਹੈ, ਦੇਹਾਂ ਆਦਿਕ ਦੇ ਵਿੱਚ ਜਿਹੜੀ ਪ੍ਰਤੀਤੀ ਕਰਨਾ, ਯਕੀਨ ਕਰਨਾ ਵੀ ਇਹ ਸੱਚ ਹੈ, ਕਿਉਂਕਿ 3 ਪ੍ਰਕਾਰ ਦੀਆਂ ਦੇਹਾਂ ਨਾ, ਇੱਕ ਤਾਂ ਸਥੂਲ ਦੇਹ ਹੈ ਜਿਹੜੇ ਬਾਹਰੀ ਅੰਗ ਪ੍ਰਤੰਗ ਸਾਨੂੰ ਦਿਖਾਈ ਦੇ ਰਹੇ ਹੈ, ਇੱਕ 25 ਪ੍ਰਕਿਰਤੀਆਂ ਦਾ ਸਰੀਰ ਜਿਹੜਾ ਸੂਖਮ ਸਰੀਰ ਹੈ, ਲਿੰਗ ਸਰੀਰ ਹੈ, ਤੇ ਇਸੇ ਪ੍ਰਕਾਰ ਇੱਕ ਕਾਰਨ ਸਰੀਰ ਹੈ। 3 ਪ੍ਰਕਾਰ ਦੇ ਸਰੀਰ ਹੈ। ਸੋ ਤਿੰਨੇ ਪ੍ਰਕਾਰ ਦੀਆਂ ਦੇਹਾਂ ਤੋਂ ਜਿਹੜੀ ਇਹਨਾਂ ਦੇ ਵਿੱਚ ਪ੍ਰਤੀਤੀ ਹੈ, ਇਹ ਕਹਿੰਦੇ ਜਿਹੜੀ ਮਨ ਦੀ ਬਿਰਤੀ ਹੈ, ਇਹਨਾਂ 3 ਪ੍ਰਕਾਰ ਦੀਆਂ ਦੇਹਾਂ ਵਿੱਚ ਜਿਹੜੀ ਪ੍ਰਤੀਤੀ ਕਰ ਰਹੀ ਹੈ, ਉਹ ਕਹਿੰਦੇ ਕਿਸੇ ਤੋਂ ਵੀ ਖੰਡੀ ਨਹੀਂ ਜਾਂਦੀ, ਕਿਸੇ ਤੋਂ ਵੀ ਨਾਸ਼ ਨਹੀਂ ਹੁੰਦੀ। ਜਦੋਂ ਕਹਿੰਦੇ ਮਨ ਦੀ ਬਿਰਤੀ ਹੈ, ਸੋ ਆਪਣੇ ਸਰੂਪ ਦੇ ਅਭਿਆਸ ਦੇ ਵਿੱਚ ਲੱਗ ਕੇ ਅਭਿਆਸਣ ਬਣ ਜਾਵੇ। ਫਿਰ ਕਹਿੰਦੇ ਇਹ ਵੀ ਕਿਸੇ ਤੋਂ ਨਸ਼ਟ ਨਹੀਂ ਹੋ ਸਕਦੀ। ਇਸ ਪ੍ਰਕਾਰ ਜਾਣ ਲਵੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਜਿਹੜੇ ਸਾਰੇ ਵਿਕਾਰ ਹਨ। ਫਿਰ ਕਹਿੰਦੇ ਜਿਹੜੀ ਅਸਰੂਪ ਦੇ ਅਭਿਆਸ ਵਿੱਚ ਮਨ ਦੀ ਬਿਰਤੀ ਲੱਗ ਗਈ ਨਾ,
ਉਹ ਇਹਨਾਂ ਸਾਰੇ ਪ੍ਰਕਾਰ ਦੇ ਵਿਘਨਾਂ ਤੋਂ ਰਹਿਤ ਹੋ ਕੇ ਇੱਕ ਸਾਰ ਇੱਕ ਬ੍ਰਹਮ ਦੇ ਵਿੱਚ ਹੀ ਨਿਰੰਤਰ ਲੱਗੀ ਰਹਿੰਦੀ ਹੈ। ਸੋ ਇਹਨਾਂ ਵਿਸ਼ੇ ਵਿਕਾਰਾਂ ਦਾ ਉਹਦੇ ਉੱਤੇ ਅਸਰ ਕੋਈ ਨਹੀਂ ਹੁੰਦਾ। ਇਕਾਗਰ ਮਨ ਹੋ ਕੇ ਇੱਕ ਬ੍ਰਹਮ ਦੇ ਵਿੱਚ ਲੱਗੀ ਰਹਿੰਦੀ ਹੈ ਅਤੇ ਇਸੇ ਪ੍ਰਕਾਰ ਸਤ ਸੰਤੋਖ ਆਦਿ ਗੁਣ ਪਾਏ। ਮਾੜੇ ਔਗਣਾਂ ਨੂੰ ਤਿਆਗ ਕੇ ਦਇਆ ਖਿਮਾ ਧੀਰਜ ਸਤ ਸੰਤੋਖ ਇਤਿਆਦਿਕ ਜਿਹੜੇ ਗੁਣ ਹਨ ਉਹਨਾਂ ਦੀ ਪ੍ਰਾਪਤੀ ਕਰ ਲੈਂਦੀ ਹੈ। ਤੇ ਫਿਰ ਬ੍ਰਹਮ ਦੇ ਵਿੱਚ ਇੱਕ ਚੇਤਨ ਸਰੂਪ ਜਿਹੜਾ ਪ੍ਰਮਾਤਮਾ ਹੈ ਉਹਦੇ ਵਿੱਚ ਬਿਰਤੀ ਲੱਗਦੀ ਜਾਂਦੀ ਹੈ। ਜੋ ਅਲੱਖ ਹੈ, ਅਲੱਖ ਨਾਮ ਹੈ ਜਿਹੜਾ ਨਾ ਜਾਣਿਆ ਜਾ ਸਕੇ। ਲੱਖ ਨਾਮ ਹੈ ਜਾਣਨ ਦਾ, ਅਲੱਖ ਜਿਹੜਾ ਨਾ ਜਾਣਿਆ ਜਾ ਸਕੇ। ਜਿਹੜਾ ਅਲੱਖ ਬ੍ਰਹਮ ਹੈ, ਲਖਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਲਖਣ ਕੇ ਹਿਤ ਅਨੁਰਾਗੀ, ਉਸ ਨੂੰ ਜਾਣਨ ਦੇ ਲਈ ਅਨੁਰਾਗੀ ਉਸ ਦੀ ਪ੍ਰੇਮਣ ਹੋ ਜਾਂਦੀ ਹੈ। ਹਾਂ, ਜਿਹੜਾ ਪਹਿਲਾਂ ਇਹਨੇ ਜਾਣਿਆ ਹੈ ਅਨਾਤਮ ਨੂੰ, ਸਰੀਰ ਨੂੰ ਜਾਣਿਆ, ਹੋਰ ਬਾਹਰੀ ਪਦਾਰਥਾਂ ਨੂੰ ਜਾਣਿਆ, ਸੋ ਇਸ ਤੋਂ ਕਹਿੰਦੇ ਤਿਆਗੀ ਹੋ ਜਾਂਦੀ ਹੈ। ਇਸ ਦਾ ਤਿਆਗ ਕਰ ਦਿੰਦੀ ਹੈ ਅਤੇ ਬ੍ਰਹਮ ਨੂੰ ਜਾਣਨ ਦੇ ਵਿੱਚ ਪ੍ਰੇਮਣ ਹੋ ਜਾਂਦੀ ਹੈ। ਫਿਰ ਕਾਰਨ ਅਤੇ ਕਾਰਜ। ਕਾਰਨ ਹੈ ਉਹ ਪਰਮਾਤਮਾ ਅਤੇ ਕਾਰਜ ਜੋ ਉਹਨੇ ਇਹ ਸੰਸਾਰ ਕੀਤਾ ਹੋਇਆ, ਉਹਨੇ ਕਾਰਜ ਕੀਤਾ ਜਿਹੜਾ ਉਹ ਬ੍ਰਹਮ ਹੈ ਕਾਰਨ ਅਤੇ ਇਹ ਸੰਸਾਰ ਕਾਰਜ ਹੈ। ਸੋ ਇਹਨਾਂ ਦੋਵਾਂ ਦੀ ਏਕਤਾ ਕਿਵੇਂ ਕਰਨੀ ਹੈ, ਇਹਨਾਂ ਦੋਵਾਂ ਦੇ ਵਿੱਚ ਉਹ ਬ੍ਰਹਮ ਕਿਵੇਂ ਮਿਲਿਆ ਹੋਇਆ ਸਾਖਿਆਤ ਰੂਪ ਦੇ ਵਿੱਚ ਦੇਖਣਾ ਹੈ। ਕਹਿੰਦੇ ਇਹਦੇ ਵਾਸਤੇ ਜਲ ਅਤੇ ਤਰੰਗ ਦੀ ਰੀਤੀ ਵਰਨੀ ਕਹੀ ਗਈ ਹੈ। ਜਿਵੇਂ ਜਲ ਹੈ ਅਤੇ ਤਰੰਗ ਹੈ। ਜਲ ਸਮੁੰਦਰ ਦੇ ਵਿੱਚ ਪਾਣੀ ਹੈ ਅਤੇ ਉਸੇ ਸਮੁੰਦਰ ਦੇ ਵਿੱਚੋਂ ਤਰੰਗਾਂ ਉੱਠਦੀਆਂ ਲਹਿਰਾਂ, ਨਾਮ ਵੱਖਰਾ ਵੱਖਰਾ ਹੈ। ਉਹਦਾ ਨਾਮ ਜਲ ਹੈ, ਪਾਣੀ ਹੈ, ਅਤੇ ਉਹਦੇ ਵਿੱਚੋਂ ਉੱਠੀਆਂ ਜਿਹੜੀਆਂ ਲਹਿਰਾਂ ਉਹਨਾਂ ਦਾ ਨਾਮ ਤਰੰਗਾਂ ਹੈ। ਪਰ ਹੈ ਤਾਂ ਦੋਵਾਂ ਦੇ ਵਿੱਚ ਪਾਣੀ ਨਾ, ਨਾਮ ਕਰਕੇ ਹੀ ਵੱਖਰਾ ਭਾਸਦੇ ਹੈ। ਇਸ ਪ੍ਰਕਾਰ ਕਹਿੰਦੇ ਜਲ ਅਤੇ ਤਰੰਗ ਦੀ ਜਿਹੜੀ ਇਹ ਰੀਤੀ ਹੈ ਵਰਣਨ ਕੀਤੀ। ਸੋ ਇਸ ਪ੍ਰਕਾਰ ਕਹਿੰਦੇ ਇੱਕ ਹੋਰ ਉਦਾਹਰਨ ਦੱਸਦੇ ਹੈ। ਕਹਿੰਦੇ ਆਦਿ ਓਂਕਾਰ ਵਰਣ ਜੋ ਨਾਨਾ, ਜਿਹੜੇ ਕਹਿੰਦੇ ਅੱਖਰ ਨੇ, ਅੱਖਰ ਹਨ ਊੜਾ ਆਦਿਕ ਨਾਨਾ ਪ੍ਰਕਾਰ ਦੇ ਅੱਖਰ ਹਨ। ਅਤੇ ਜਦੋਂ ਸਿਆਣੇ ਬੰਦੇ ਦੇ ਸਾਹਮਣੇ ਉਹ ਅੱਖਰ ਲਿਖੇ ਜਾਣ ਅਤੇ ਉਹਨੂੰ ਪੁੱਛੋ ਵੀ ਇਹ ਕੀ ਹੈ, ਅਤੇ ਉਹ ਜਾਣ ਲਵੇਗਾ ਵੀ ਇਹਦਾ ਅਸਲ ਤੱਤ ਕੀ ਹੈ। ਅਸਲ ਤੱਤ ਤਾਂ ਸਿਆਹੀ ਹੈ ਨਾ, ਮਸੂ ਹੈ, ਮਸੂ ਨਾਮ ਸਿਆਹੀ ਦਾ। ਕਹਿੰਦੇ ਉਹ ਜਾਣੇਗਾ ਕਿ ਵੀ ਇਹ ਸਿਆਹੀ ਆ, ਅਸਲ ਵਿੱਚ ਇਹ ਸਿਆਹੀ ਲੱਗੀ ਹੋਈ ਹੈ ਫੱਟੀ ਦੇ ਉੱਤੇ ਜਿੱਥੇ ਲਿਖੇ ਹੋਏ ਹੈ। ਆਪਾਂ ਕਹਾਂਗੇ ਨਹੀਂ ਊੜਾ ਵੱਖਰਾ ਹੈ, ਐੜਾ ਵੱਖਰਾ ਹੈ, ਈੜੀ ਵੱਖਰੀ ਆ, ਰਾੜਾ ਵੱਖਰਾ ਹੈ। ਵੇਖਣ ਨੂੰ ਉਹਨਾਂ ਦੇ ਸਰੂਪ ਅਲੱਗ ਅਲੱਗ ਹਨ, ਪਰੰਤੂ ਅਸਲ ਰੂਪ ਦੇ ਵਿੱਚ ਕੀ ਹੈ ਕਿ ਉਹ ਸਿਆਹੀ ਹੈ। ਆਦਿ ਓਕਾਰ ਵਰਣ ਜੇ ਨਾਨਾ, ਮਸੂ ਬਿਨਾ ਨਹੀਂ ਕਛ ਆਨਾ। ਸਿਆਹੀ ਤੋਂ ਬਿਨਾ ਤਾਂ ਉਹ ਹੋਰ ਕੁਝ ਵੀ ਨਹੀਂ। ਜਦੋਂ ਕਹਿੰਦੇ ਅੰਤఃਕਰਨ ਦੀ ਬਿਰਤੀ ਹੈ, ਅੰਤঃਕਰਨ ਅਤੇ ਇਸ ਦੀ ਜਿਹੜੀ ਬਿਰਤੀ ਆ ਦੋਵੇਂ ਉੱਠਦੇ ਹਨ। ਅਤੇ ਜਦੋਂ ਕਹਿੰਦੇ ਇਹ ਅਨਸੂਤ, ਕਹਿੰਦੇ ਅਨਸੂਤ ਹੁੰਦਾ ਮਿਲਿਆ ਹੋਣਾ, ਤਦਾਕਾਰ ਹੋਣਾ, ਮਿਲਾਪ ਹੋ ਜਾਣਾ। ਅਤੇ ਕਹਿੰਦੇ ਜਦੋਂ ਇਹ ਚੇਤਨ ਦੇ ਨਾਲ ਮਿਲ ਕਰਕੇ ਮਨ ਦੀ ਬਿਰਤੀ, ਇਹ ਦੋਵੇਂ ਚੇਤਨ ਦੇ ਨਾਲ ਮਿਲਦੇ ਹਨ। ਅਤੇ ਫਿਰ ਕਹਿੰਦੇ ਜਿਹੜਾ ਲੋਚਨ ਨੇਤਰ ਹੈ, ਇਹਨਾਂ ਦੇ ਦੁਆਰਾ ਜਦੋਂ ਬਾਹਰ ਮੁਖੀ ਹੁੰਦਾ ਹੈ, ਇਹਦਾ ਸਰੂਪ ਬਾਹਰ ਨੂੰ ਦੇਖਦੇ ਹਨ, ਬਾਹਰ ਨਿਕਲਦੀ ਹੈ ਮਨ ਦੀ ਬਿਰਤੀ। ਫਿਰ ਜਿਹੜੇ ਅੱਗੇ ਸਾਰੇ ਪਦਾਰਥ ਹੈਗੇ ਜਿਨ੍ਹਾਂ ਦਾ ਗਿਆਨ ਹੋਣਾ, ਕਿਉਂਕਿ 3 ਪ੍ਰਕਾਰ ਦਾ ਦੱਸਿਆ ਸੀ ਨਾ ਤ੍ਰਿਪੁਟੀ, ਗਿਆਤਾ ਗਿਆਨ ਗੇ ਜਿਸ ਵਸਤੂ ਦਾ ਗਿਆਨ ਪ੍ਰਾਪਤ ਕਰਨਾ ਹੈ, ਗਿਆਤਾ ਜੋ ਗਿਆਨ ਪ੍ਰਾਪਤ ਕਰ ਰਿਹਾ ਹੈ, ਅਤੇ ਗਿਆਨ ਜਿਸ ਰਾਹੀਂ ਗਿਆਨ ਹੋ ਰਿਹਾ ਹੈ। ਸੋ ਇਸ ਪ੍ਰਕਾਰ ਜਿੰਨੇ ਕਹਿੰਦੇ ਪਦਾਰਥ ਹਨ ਜਿਨ੍ਹਾਂ ਦਾ ਗਿਆਨ ਲੈਣਾ ਹੈ, ਉਹਨਾਂ ਪਦਾਰਥਾਂ ਦੇ ਨਾਲ ਕਹਿੰਦੇ ਜਦੋਂ ਇਹ ਗਿਆਨ ਇੰਦਰੀਆਂ ਦੇ ਰਾਹੀਂ, ਲੋਚਨਾ ਨੇਤਰਾਂ ਦੇ ਰਾਹੀਂ ਅੰਤਸ਼ਕਰਨ ਅਤੇ ਅੰਤਸ਼ਕਰਨ ਦੀ ਬਿਰਤੀ,
ਇਹ ਤਦਾਕਾਰ ਹੋ ਜਾਂਦੀ ਹੈ। ਆਪ ਗਿਆਨ ਤਬੈ ਤੇ ਸੋਈ। ਉਸ ਵੇਲੇ ਕਹਿੰਦੇ ਇਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬਿਰਤ ਅਵਸ਼ਿਨ ਚਿਤ ਕੜ ਅਵਸ਼ਿਨ ਚਿਤ। ਜਿਹੜੀ ਬਿਰਤੀ ਹੈ ਸੋ ਇਹ ਬਿਰਤੀ ਨਾਲ ਮਿਲਿਆ ਚੇਤਨ ਤੇ ਘੜਾ ਜਿਹੜਾ ਇਤਿਆਦਿਕ ਗੇ ਪਦਾਰਥ ਹੈ ਇਹਨਾਂ ਦੇ ਨਾਲ ਮਿਲਿਆ ਹੋਇਆ ਜਿਹੜਾ ਚੇਤਨ ਹੈ। ਦੋਨੋਂ ਕੇ ਅਵਰਨ ਸੰਘਾਰ ਕਿਤ। ਫਿਰ ਦੋਨਾਂ ਦੇ ਵਿੱਚ ਜਿਹੜਾ ਕਹਿੰਦੇ ਅਵਰਨ ਸੰਘਾਰ ਕੀਤਾ। ਦੋਨਾਂ ਦੇ ਵਿੱਚ ਅਵਰਨ ਨਾਮ ਹੈ ਪਰਦੇ ਦਾ। ਸੋ ਦੋਵਾਂ ਦੇ ਵਿੱਚ ਜਿਹੜਾ ਪਰਦਾ ਹੈ ਉਸ ਦਾ ਨਾਸ਼ ਹੋ ਜਾਂਦਾ ਹੈ। ਜਦ ਏਕਤਾ ਕੋ ਪ੍ਰਾਪਤ ਹੋਈ। ਜਦੋਂ ਕਹਿੰਦੇ ਏਕਤਾ ਨੂੰ ਪ੍ਰਾਪਤ ਹੋ ਜਾਏ, ਜਦੋਂ ਪਤਾ ਲੱਗ ਜੇ ਵੀ ਇਹਨਾਂ ਦੇ ਵਿੱਚ ਏਕਤਾ, ਦੋਵਾਂ ਦੇ ਵਿੱਚ ਮਨ ਦੀ ਬਿਰਤੀ ਦੇ ਵਿੱਚ ਵੀ ਔਰ ਇਸੇ ਪ੍ਰਕਾਰ ਘੜੇ ਪਦਾਰਥ ਦੇ ਵਿੱਚ ਵੀ ਚੇਤਨ ਮਿਲਿਆ ਹੋਇਆ, ਇਹ ਪਰਦਾ ਜਦੋਂ ਨਾਸ਼ ਹੋ ਜਾਏ ਫਿਰ ਕਹਿੰਦੇ ਜਿਹੜੇ ਵਿਸ਼ੇ ਹੈ ਵਿਖਿਆਂ ਦਾ ਜਿਹੜਾ ਅਨੇਕਾਂ ਪ੍ਰਕਾਰ ਦਾ ਵਿਖੇ ਹੈ ਉਹਨਾਂ ਦਾ ਜਦੋਂ ਗਿਆਨ ਪ੍ਰਾਪਤ ਹੋ ਜਾਵੇ, ਜਦੋਂ ਕਹਿੰਦੇ ਜੀਵ ਇਸ ਪ੍ਰਕਾਰ ਕਰਕੇ ਇਹਨਾਂ ਵਿਸ਼ਿਆਂ ਦਾ ਗਿਆਨ ਜਾਣ ਲੈਂਦਾ ਹੈ ਤਾਂ ਫਿਰ ਕਹਿੰਦੇ ਤ੍ਰਿਪਟੀ ਜਿਹੜੇ ਤਿੰਨ ਪ੍ਰਕਾਰ ਦਾ ਸਮੁਦਾਇ ਹੈ ਗਿਆਤਾ, ਗਿਆਨ ਅਤੇ ਗੇ ਦਾ, ਉਸ ਵੇਲੇ ਫਿਰ ਕਹਿੰਦੇ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗਿਆਤਾ, ਗਿਆਨ ਤੇ ਗੇ ਸਾਰਿਆਂ ਦੇ ਵਿੱਚ ਬ੍ਰਹਮ ਇੱਕ ਤੁਲ ਮਿਲਿਆ ਹੋਇਆ ਹੈ। ਉਦਾਹਰਨ ਦਿੰਦੇ ਹੈ ਕਹਿੰਦੇ ਜਿਵੇਂ ਬਹੁਤ ਸਾਰਾ ਪਾਣੀ ਇੱਕ ਸੋਮੇ ਵਿੱਚ, ਇੱਕ ਤਲਾਬ ਦੇ ਵਿੱਚ ਇਕੱਤਰ ਹੁੰਦਾ ਹੈ ਤੇ ਕਹਿੰਦੇ ਜਦੋਂ ਕੂਲ ਦੇ ਦੁਆਰਾ, ਕੂਲ ਨਾਮ ਹੈ ਖਾਲ ਦਾ, ਖਾਲੀ ਦਾ ਜਾਂ ਆੜ ਕਹਿ ਦਿੰਦੇ ਆਪਾਂ ਜਿਹਨੂੰ, ਜਿਨ੍ਹਾਂ ਦੇ ਵਿੱਚ ਪਾਣੀ ਵਗਦਾ ਹੈ, ਇੱਕ ਜਗ੍ਹਾ 'ਤੇ ਇਕੱਤਰ ਹੋਇਆ ਪਾਣੀ ਉਹ ਹੈ ਤਲਾਬ। ਉੱਥੇ ਆਪਾਂ ਕਹਿੰਦੇ ਆ ਵੀ ਇਹ ਪਾਣੀ ਦਾ ਤਲਾਬ ਹੈ। ਜਦੋਂ ਕਹਿੰਦੇ ਉਹ ਕੂਲ ਦੇ ਵਿੱਚ, ਨਾਲੀ ਦੇ ਵਿੱਚ, ਖਾਲੀ ਦੇ ਵਿੱਚ, ਆੜ ਦੇ ਵਿੱਚ ਵਗਦਾ ਹੈ ਤੇ ਉਸ ਵੇਲੇ ਕਹਿੰਦੇ ਆ ਵੀ ਪਾਣੀ ਦੀ ਆੜ ਵਗਦੀ ਹੈ। ਸੋ ਇਸ ਪ੍ਰਕਾਰ ਕਹਿੰਦੇ ਕੂਲ ਕੇ ਦੁਆਰ ਹੋਇਆ ਕਰ ਚਾਲਾ, ਜਦੋਂ ਕਹਿੰਦੇ ਉਹ ਕੂਲ ਦੇ ਦੁਆਰਾ, ਖਾਲੀ ਦੇ ਦੁਆਰਾ ਹੋ ਕੇ ਚੱਲਦਾ ਹੈ ਤੇ ਫਿਰ ਕਹਿੰਦੇ ਉਹ ਖਾਲੀ ਤੋਂ, ਆੜ ਤੋਂ ਬਾਅਦ ਜਦੋਂ ਕਿਆਰੀ ਵਿੱਚ ਜਾ ਪੈਂਦਾ ਉਹੀ ਪਾਣੀ ਤਾਂ ਉਸ ਵੇਲੇ ਕਹਿੰਦੇ ਉਹ ਕਿਆਰੀ ਰੂਪ ਬਣ ਜਾਂਦਾ। ਜਦੋਂ ਤਲਾਬ ਵਿੱਚ ਸੀ ਆਪਾਂ ਕਿਹਾ ਵੀ ਪਾਣੀ ਦਾ ਤਲਾਬ ਭਰਿਆ ਹੋਇਆ, ਜਦੋਂ ਖਾਲ ਦੇ ਵਿੱਚ ਵਗਿਆ, ਆੜ ਦੇ ਵਿੱਚ ਵਗਿਆ ਆਪਾਂ ਕਿਹਾ ਵੀ ਪਾਣੀ ਜਿਹੜਾ ਇਹ ਪਾਣੀ ਆੜ ਦਾ ਪਾਣੀ ਹੈ। ਤੇ ਇਸੇ ਪ੍ਰਕਾਰ ਜਦੋਂ ਕਿਆਰੀ ਵਿੱਚ ਚਲਿਆ ਜਾਂਦਾ ਤਾਂ ਕਿਆਰੀ ਦਾ ਰੂਪ ਹੋ ਜਾਂਦਾ, ਉਹਦੇ ਆਪਾਂ ਕਹਿੰਦੇ ਆ ਵੀ ਪਾਣੀ ਦੀ ਕਿਆਰੀ ਹੈ। ਸੋ ਇਸ ਪ੍ਰਕਾਰ ਕਿਆਰੀ ਦਾ ਹੀ ਰੂਪ ਹੋ ਜਾਂਦਾ ਹੈ। ਪਰ ਇਹਨਾਂ ਵਿੱਚ ਏਕਤਾ ਕਿਸ ਗੱਲ ਦੀ ਹੈ ਕਿ ਤਿੰਨਾਂ ਦੇ ਵਿੱਚ ਜਿਹੜਾ ਆਕਾਸ਼ ਹੈ ਉਹ ਇੱਕ ਭਾਏ, ਇੱਕੋ ਪ੍ਰਕਾਰ ਦਾ ਹੈ। ਆਕਾਸ਼ ਇੱਕੋ ਜਿਹਾ ਹੀ ਤਿੰਨਾਂ ਵਿੱਚ ਦਿਖਦਾ ਹੈ। ਤਾਲ ਦੇ ਵਿੱਚ, ਸਰੋਵਰ ਦੇ ਵਿੱਚ, ਤਲਾਬ ਦੇ ਵਿੱਚ ਵੀ ਤੇ ਕੂਲ ਕਹੀਏ ਖਾਲ, ਆਟ ਦੇ ਵਿੱਚ ਵੀ ਤੇ ਕਿਆਰੀ, ਤਿੰਨਾਂ ਦੇ ਵਿੱਚ ਹੀ ਆਕਾਸ਼ ਹੈ। ਇਸੇ ਪ੍ਰਕਾਰ ਕਹਿੰਦੇ ਤ੍ਰਿਪਟੀ ਦੇ ਵਿੱਚ ਬ੍ਰਹਮ ਨੂੰ ਲੱਭਿਆ ਜਾਂਦਾ ਹੈ, ਬ੍ਰਹਮ ਲੱਭਦਾ ਹੈ ਤ੍ਰਿਪਟੀ ਦੇ ਵਿੱਚ। ਤਿਮ ਤ੍ਰਿਪਟੀ ਮੈਂ ਬ੍ਰਹਮ ਸੁਲਭ ਹੈ। ਸੋ ਜਿਵੇਂ ਅੰਤःਕਰਨ ਰੂਪੀ ਤਲਾਅ ਹੈ, ਬਿਰਤੀ ਰੂਪੀ ਆੜ ਹੈ, ਖਾਲੀ ਹੈ ਤੇ ਘਟ ਪਟ ਆਦਿਕ ਜਿਹੜੇ ਇਹ ਕਿਆਰੇ ਹੈ, ਇਹਨਾਂ ਵਿੱਚ ਬਿਰਤੀ ਦਾ ਜਾ ਕੇ ਜੋ ਆਕਾਰ ਧਾਰਨਾ ਇਹ ਪਾਣੀ ਦਾ ਪੈਣਾ ਹੈ। ਸੋ ਇਹਨਾਂ ਤਿੰਨਾਂ ਵਿੱਚ ਜਿਵੇਂ ਆਕਾਸ਼ ਕਿਹਾ ਵੀ ਸਾਰਿਆਂ ਵਿੱਚ ਆਕਾਸ਼ ਹੈ, ਸੋ ਇਹਨਾਂ ਤਿੰਨਾਂ ਦੇ ਵਿੱਚ ਹੀ ਬ੍ਰਹਮ ਆਕਾਸ਼ ਦੀ ਨਿਆਈ ਹੈ। ਸੋ ਇਹਨਾਂ ਤਿੰਨਾਂ ਦੇ ਵਿੱਚ ਇਸ ਤ੍ਰਿਪਟੀ ਦੇ ਵਿੱਚ ਉਹ ਬ੍ਰਹਮ ਲੱਭਦਾ ਹੈ ਔਰ ਬ੍ਰਹਮ ਜਿਹੜਾ ਉਹ ਆਕਾਸ਼ ਦੀ ਨਿਆਈ, ਆਕਾਸ਼ ਦੇ ਵਾਂਗ ਵਿਆਪਕ ਹੈ ਸਾਰੇ ਜਗ੍ਹਾ 'ਤੇ। ਸਭਨ ਪ੍ਰਕਾਸ਼ ਹੈ, ਸਾਰਿਆਂ ਨੂੰ ਪ੍ਰਕਾਸ਼ ਕਰ ਰਿਹਾ, ਸਾਰਿਆਂ ਨੂੰ ਜਣਾ ਰਿਹਾ ਹੈ ਔਰ ਸਭਨਾਂ ਹੀ ਥਾਵਾਂ ਦੇ ਉੱਤੇ। ਸੋ ਜਿਹੜਾ ਅੰਤःਕਰਨ ਹੈ ਔਰ ਇਸ ਅੰਤਸ਼ਕਰਨ ਦੀ ਜਿਹੜੀ ਬਿਰਤੀ ਹੈ ਮਨ ਦੀ, ਇਹਨਾਂ ਦੋਵਾਂ ਦਾ ਵੀ ਪ੍ਰਕਾਸ਼ਕ ਇੱਕ ਬ੍ਰਹਮ ਹੀ ਹੈ। ਸੋ ਇਸ ਪ੍ਰਕਾਰ ਜਿਹੜੀ ਅਹੰ ਦੀ ਬਿਰਤੀ ਹੈ
ਭਾਵ ਅਹੰ ਬਿਰਤੀ ਤੋਂ ਬਿਨਾਂ ਕਿਸੇ ਨੂੰ ਕਿਸੇ ਤਰ੍ਹਾਂ ਵੀ ਆਤਮਾ ਦਾ ਪ੍ਰਕਾਸ਼ ਜਿਹੜਾ ਉਹ ਸਿੱਧ ਨਹੀਂ ਹੁੰਦਾ। ਆਤਮ ਕੋ ਪ੍ਰਕਾਸ਼ ਸਿਧ ਹੋਏ ਨਾ। ਆਤਮਾ ਦਾ ਪ੍ਰਕਾਸ਼ ਕਿਸੇ ਨੂੰ ਸਿੱਧ ਨਹੀਂ ਹੁੰਦਾ ਅਹੰ ਬਿਰਤੀ ਤੋਂ ਬਿਨਾਂ। ਅਹੰ ਵਿਕਾਲ ਜੁਗਤ ਚਿਤ ਹੋਈ। ਜਦੋਂ ਕਹਿੰਦੇ ਅਹੰ ਵਾਲੀ ਜਿਹੜੀ ਬਿਰਤੀ ਹੈ ਸੋ ਚੇਤਨ ਦੇ ਸਹਿਤ ਹੋ ਕੇ ਜੁੜ ਕੇ ਤਬੈ ਪ੍ਰਕਾਸ਼ ਹੋਤ ਹੈ ਸੋਈ। ਉਸ ਵੇਲੇ ਕਹਿੰਦੇ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਵਾਸਤਵ ਸਰੂਪ ਦਾ ਪਤਾ ਲੱਗਦਾ ਹੈ। ਪ੍ਰਕਾਸ਼ਕ ਭਾਵ। ਹਾਂ ਕਿ ਇਹਨਾਂ ਦੋਵਾਂ ਦੇ ਵਿੱਚ ਵੀ ਵਿਆਪਕ ਅਤੇ ਪ੍ਰਕਾਸ਼ਕ ਭਾਵ ਹੈ। ਵਾਸਤਵ ਬ੍ਰਹਮ ਮੈਂ ਨਹੀਂ ਲਖਾਵ। ਔਰ ਇਹ ਜਿਹੜਾ ਹੈ ਇਹ ਜਿਹੜਾ ਪ੍ਰਕਾਸ਼ ਦਾ ਵਿਆਪਕ ਰੂਪ ਔਰ ਪ੍ਰਕਾਸ਼ ਰੂਪ ਜਾਣਨਾ ਜਿਹੜਾ ਇਹ ਕਹਿੰਦੇ ਕਲਪਿਤ ਰੂਪ ਹੀ ਹੈ। ਵਾਸਤਵ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਬ੍ਰਹਮ ਹੈ ਉਹ ਲਖਾਵ ਉਹ ਲਖਣ ਦੇ ਵਿੱਚ ਨਹੀਂ ਆਉਂਦਾ, ਜਾਣਨ ਦੇ ਵਿੱਚ ਨਹੀਂ ਹੈ। ਵਾਸਤਵਿਕਤਾ ਕੀ ਹੈ, ਅਸਲ ਕੀ ਹੈ ਕਿ ਵਾਸਤਵ ਆਤਮ ਤਤ ਨਿਰੰਕਾਰ। ਜਿਹੜਾ ਆਤਮ ਤਤ ਹੈ ਉਹ ਤਾਂ ਆਕਾਰ ਤੋਂ ਰਹਿਤ ਨਿਰੰਕਾਰ ਹੈ ਔਰ ਬਿਨਾਂ ਕਿਸੇ ਵਿਕਲਪ ਤੋਂ ਹੈ, ਬਿਨਾਂ ਹੀ ਕਿਸੇ ਵਿਕਾਰ ਤੋਂ ਹੈ। ਜਿਹੜੀ ਅਹੰ ਵਾਲੀ ਮੈਂ ਵਾਲੀ ਬਿਰਤੀ ਹੈ ਸਾਰੀ, ਜਦੋਂ ਕਹਿੰਦੇ ਇਹਦਾ ਤਦਾਤਮ ਸੰਬੰਧ ਹੋ ਜਾਂਦਾ ਹੈ, ਤਦਾਤਮ ਕਹੀਏ ਚੰਗੀ ਤਰ੍ਹਾਂ ਜਦੋਂ ਸੰਬੰਧ ਹੋ ਜਾਂਦਾ ਹੈ, ਜਥਾ ਲੋਹੇ ਕੇ ਗੋਲੇ ਸੰਗ। ਹੁਣ ਇਹ ਉਦਾਹਰਨ ਦਿੱਤੀ ਆ ਪਰ ਇਹਨਾਂ ਤੁਕਾਂ ਦਾ ਅਰਥ ਕਰਨ ਵਾਸਤੇ ਆਪਾਂ ਨੂੰ ਪਹਿਲਾਂ ਅਗਲੀਆਂ ਤੁਕਾਂ ਦੇ ਅਰਥ ਕਰਨੇ ਪੈਣਗੇ, ਫਿਰ ਇਹ ਅਰਥ ਸਮਝ ਆਉਣਗੇ। ਆਤਮ ਅਹੰ ਸੰਬੰਧ ਕੋ ਪਾਏ, ਇਹ ਤੁਕ ਪੜ੍ਹਿਓ ਜੀ 14 ਤੋਂ ਅੱਗੇ। ਆਤਮ ਅਹੰ ਸੰਬੰਧ ਕੋ ਪਾਏ। ਜਦੋਂ ਕਹਿੰਦੇ ਆਤਮਾ ਦਾ ਤੇ ਅਹੰ ਦਾ ਸੰਬੰਧ ਹੋ ਜਾਂਦਾ, ਅਹੰਕਾਰ ਜਿਹੜਾ ਆਤਮ ਦੇ ਸੰਬੰਧ ਨੂੰ ਪਾ ਕਰਕੇ ਜਦੋਂ ਕਹਿੰਦੇ ਇਹ ਵਿਆਪਕਤਾ ਦਾ ਤੇ ਪ੍ਰਕਾਸ਼ ਦਾ ਜਿਹੜਾ ਸੰਬੰਧ ਹੈ ਇਹ ਪ੍ਰਾਪਤ ਹੋ ਜਾਂਦਾ ਹੈ, ਤਾਂ ਉਸ ਵੇਲੇ ਫਿਰ ਹੁਣ ਦੁਬਾਰਾ ਪੜ੍ਹੋ ਜੀ ਉਹੀ ਪੰਕਤੀਆਂ। ਜਥਾ ਲੋਹੇ ਕੇ ਗੋਲੇ ਸੰਗ। ਕਹਿੰਦੇ ਜਿਵੇਂ ਲੋਹੇ ਦਾ ਗੋਲਾ ਹੁੰਦਾ ਹੈ, ਲੋਹੇ ਦੇ ਗੋਲੇ ਦੇ ਸਹਿਤ, ਸੋ ਲੋਹੇ ਦੇ ਅੱਗ ਦਾ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਅਹੰ ਬਿਰਤੀ ਦਾ ਜੋ ਸਮੁਦਾਇ ਹੈ, ਜਦੋਂ ਉਹਨਾਂ ਨਾਲ ਆਤਮਾ ਦਾ ਤਦਾਤਮ ਸੰਬੰਧ ਹੁੰਦਾ ਹੈ, ਭਲੀ ਪ੍ਰਕਾਰ ਚੰਗੀ ਪ੍ਰਕਾਰ ਕਰਕੇ ਸੰਬੰਧ ਹੋ ਜਾਂਦਾ ਹੈ, ਤਾਂ ਆਤਮਾ ਅਹੰ ਦਾ ਸੰਬੰਧ ਪਾ ਕੇ ਵਿਆਪਕ ਔਰ ਪ੍ਰਕਾਸ਼ਕ ਨਾਮ ਪਾਉਂਦਾ ਹੈ। ਜਿਸ ਤਰ੍ਹਾਂ ਕਹਿੰਦੇ ਲੋਹੇ ਦੇ ਗੋਲੇ ਦੇ ਨਾਲ ਮਿਲ ਕੇ ਅੱਗ ਦਾ ਵੀ ਜਦੋਂ ਕਹਿੰਦੇ ਤਦਾਤਮ ਸੰਬੰਧ ਹੋ ਜਾਂਦਾ ਹੈ, ਉਸ ਵੇਲੇ ਕਹਿੰਦੇ ਅਗਨੀ ਦੇ ਗੁਣ ਨੂੰ ਲੋਹਾ ਪ੍ਰਾਪਤ ਕਰ ਲੈਂਦਾ ਹੈ। ਫਿਰ ਕਹਿੰਦੇ ਅੱਗ ਵਰਗਾ ਹੀ ਸਰੂਪ, ਅੱਗ ਵਰਗਾ ਹੀ ਰੰਗ ਹੋ ਜਾਂਦਾ ਹੈ ਜਦੋਂ ਲੋਹੇ ਦਾ ਗੋਲਾ ਅੱਗ ਵਿੱਚ ਸੁੱਟ ਦਿੱਤਾ ਜਾਵੇ। ਤੇ ਫਿਰ ਕਹਿੰਦੇ ਉਹ ਵੀ ਜਿਹੜੇ ਤ੍ਰਿਣ ਕੱਖ ਆਦਿਕ ਹਨ ਉਹਨਾਂ ਨੂੰ ਦਾਹਨ ਕਰਦਾ, ਸਾੜ ਦਿੰਦਾ ਹੈ। ਇਸੇ ਪ੍ਰਕਾਰ ਆਤਮਾ ਜਿਹੜੀ ਅਹੰ ਦੇ ਸੰਬੰਧ ਦੇ ਨਾਲ ਜਦੋਂ ਤਦਾਤਮ ਭਲੀ ਪ੍ਰਕਾਰ ਕਰਕੇ ਸੰਬੰਧ ਹੋ ਜਾਂਦਾ, ਮਿਲਦੀ ਹੈ, ਉਸ ਵੇਲੇ ਵਿਆਪਕਤਾ ਤੇ ਪ੍ਰਕਾਸ਼ਤਾ ਦਾ ਜਿਹੜਾ ਉਹ ਨਾਮ ਪੈਦਾ ਹੁੰਦਾ ਹੈ। ਇਸ ਪ੍ਰਕਾਰ ਜਿਹੜਾ ਨਿਤਾ ਪ੍ਰਤੀ ਇਸ ਦੀ ਵਿਚਾਰ ਕਰਨੀ, ਕਹਿੰਦੇ ਇਸ ਨੂੰ ਨਿਧਿਆਸਣ ਕਹਿੰਦੇ ਆ। ਨੀਕੋ ਧਾਰੈ, ਭਲੀ ਪ੍ਰਕਾਰ ਕਰਕੇ ਇਸ ਨੂੰ ਧਾਰਨ ਕਰ ਲਵੋ, ਭਲੀ ਪ੍ਰਕਾਰ ਕਰਕੇ ਇਸ ਨੂੰ ਜਾਣ ਲਵੋ। ਫਿਰ ਕਹਿੰਦੇ ਜਿਹੜਾ ਆਤਮਾ ਹੈ ਜਦੋਂ ਉਹਦਾ ਗਿਆਨ ਹੋ ਗਿਆ ਤਾਂ ਮਨੁੱਖ ਫਿਰ ਇਸ ਪ੍ਰਕਾਰ ਜਾਣੇਗਾ, ਇਸ ਪ੍ਰਕਾਰ ਉਹ ਇਸ ਚੀਜ਼ ਨੂੰ ਵਰਣਨ ਕਰੇਗਾ ਕਿ ਤੀਨ ਸਰੀਰਨ ਤੇ ਮੈਂ ਨਿਆਰੋ, ਮੈਂ ਤਿੰਨਾਂ ਹੀ ਸਰੀਰਾਂ ਤੋਂ ਨਿਆਰਾ ਹਾਂ। ਤਿੰਨ ਸਰੀਰ ਜਿਹੜੇ ਪਹਿਲਾਂ ਦੱਸੇ ਹੈ ਕਿ ਜਿਹੜਾ ਸਥੂਲ ਸਰੀਰ ਹੈ, ਇਸੇ ਪ੍ਰਕਾਰ 25 ਪ੍ਰਕਿਰਤੀਆਂ ਤੋਂ ਬਣਿਆ ਹੋਇਆ ਸੂਖਸ਼ਮ ਸਰੀਰ ਹੈ, ਕਾਰਨ ਸਰੀਰ ਹੈ, ਇਹਨਾਂ ਸਾਰਿਆਂ ਤੋਂ ਮੈਂ ਨਿਆਰਾ ਹਾਂ। ਤਿੰਨਾਂ ਸਰੀਰਾਂ ਤੋਂ ਨਿਆਰਾ ਕਿਵੇਂ ਹੈ? ਵੀ ਜਿਵੇਂ ਪਹਿਲਾਂ ਸਮਝਦਾ ਸੀ ਵੀ ਇਹ ਸਰੀਰ ਮੈਂ ਹੈ, ਮੇਰਾ ਸਰੀਰ ਹੈ, ਇਸ ਤੋਂ ਪਰੇ ਦੀ ਗੱਲ ਹੋ ਜਾਏਗੀ ਵੀ ਇਹ ਸਰੀਰ ਮੇਰਾ ਨਹੀਂ, ਮੈਂ ਇਸ ਤੋਂ ਨਿਆਰਾ ਵੱਖਰਾ। ਜਿਹੜਾ ਮੇਰਾ ਅੰਦਰਲਾ
ਜਿਹੜਾ ਸੂਖਮ ਸਰੀਰ ਹੈ ਇਹ ਵੀ ਮੈਂ ਨਹੀਂ, ਮੈਂ ਇਸ ਤੋਂ ਨਿਆਰਾ ਹਾਂ। ਸੋ ਕਾਰਨ ਸਰੀਰ ਹੈ ਜਿਹੜਾ, ਉਸ ਤੋਂ ਵੀ ਮੈਂ ਨਿਆਰਾ ਹਾਂ। ਮੈਂ ਤਾਂ ਅੰਦਰ ਬੈਠਾ ਹੋਇਆ ਜਿਹੜਾ ਸਭ ਕੁਝ ਜਾਣਨ ਵਾਲਾ, ਦੇਖਣ ਵਾਲਾ ਨਾ, ਉਹ ਸਰੂਪ ਹਾਂ। ਸੋ ਇਸ ਪ੍ਰਕਾਰ ਤੀਨ ਸਰੀਰਨ ਤੇ ਮੈਂ ਨਿਆਰੋ, ਤਿੰਨਾਂ ਸਰੀਰਾਂ ਤੋਂ ਮੈਂ ਨਿਆਰਾ ਵੱਖਰਾ ਹਾਂ। ਤੀਨ ਅਵਸਥਾ ਸਾਖੀ ਧਾਰੋ, ਇਸ ਪ੍ਰਕਾਰ ਕਹਿੰਦੇ ਜਿਹੜੇ ਤਿੰਨੇ ਅਵਸਥਾਵਾਂ ਦਾ ਮੈਂ ਸਾਖੀ ਰੂਪ ਹਾਂ। ਸਾਖੀ ਕਹਿੰਦੇ ਸਾਖਿਆਤ ਕਰਨ ਵਾਲਾ, ਜਣਾਉਣ ਵਾਲਾ, ਵੀ ਤਿੰਨੇ ਪ੍ਰਕਾਰ ਦੀਆਂ ਅਵਸਥਾਵਾਂ ਨੂੰ ਦੱਸਣ ਵਾਲਾ ਮੈਂ ਹਾਂ। ਜਾਗਰਤੀ, ਸੁਪਨੇ, ਸੁਪਨਾ ਅਵਸਥਾ, ਸੁਖੋਪਤੀ ਅਵਸਥਾ, ਤਿੰਨੇ ਸਰੀਰਾਂ ਦਾ ਔਰ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਅਵਸਥਾਵਾਂ ਹਨ ਉਹਨਾਂ ਦੇ ਜਾਣਨ ਵਾਲਾ ਹਾਂ ਮੈਂ। ਨਿਤ ਸੁਧ ਹੈ ਗਿਆਨ ਸਰੂਪ, ਔਰ ਮੈਂ ਨਿਤ ਹਾਂ, ਅਨਿਤ ਨਹੀਂ ਹਾਂ, ਖਤਮ ਹੋਣ ਵਾਲਾ ਨਹੀਂ, ਨਿਤ ਸਰੂਪ ਹੈ ਔਰ ਮੇਰਾ ਸ਼ੁੱਧ ਸਰੂਪ ਹੈ ਔਰ ਗਿਆਨ ਸਰੂਪ ਹਾਂ। ਇਕ ਰਸ ਅਚਲ ਆਨੰਦ ਰੂਪ, ਇਹ ਆਤਮਾ ਦੀ ਗੱਲ ਦੱਸੀ ਹੈ ਵੀ ਆਤਮਾ ਨਾ ਜਿਹੜਾ, ਜਦੋਂ ਆਤਮ ਨੂੰ ਜਾਣ ਲਿਆ ਵੀ ਮੈਂ ਆਤਮਾ ਹੈ, ਮੈਂ ਸਰੀਰ ਨਹੀਂ, ਉਸ ਵੇਲੇ ਤਿੰਨਾਂ ਸਰੀਰਾਂ ਤੋਂ ਵੱਖਰਾ ਭਾਸੇਗਾ, ਤਿੰਨੇ ਅਵਸਥਾਵਾਂ ਦਾ ਸਾਖੀ ਹੋਵੇਗਾ, ਮੈਂ ਜਣਾਉਣ ਵਾਲਾ, ਔਰ ਨਿਤ ਸੁੱਧ ਹੈ ਗਿਆਨ ਸਰੂਪ। ਔਰ ਜਿਹੜਾ ਆਤਮਾ ਹੈ ਉਹ ਨਿਤ ਸਰੂਪ ਹੈ, ਸਿੱਧ ਸ਼ੁੱਧ ਸਰੂਪ ਹੈ ਔਰ ਗਿਆਨ ਸਰੂਪ ਹੈ। ਇਸ ਪ੍ਰਕਾਰ ਕਹਿੰਦੇ ਇੱਕ ਰਸ ਹੈ, ਖਤਮ ਹੋਣ ਵਾਲਾ ਨਹੀਂ, ਲਗਾਤਾਰਤਾ ਹੈ ਜਿਹਦੇ ਵਿੱਚ, ਅਚਲ ਹੈ, ਚਲਾਏਮਾਨ ਨਹੀਂ, ਖਤਮ ਨਹੀਂ ਹੁੰਦਾ, ਔਰ ਆਨੰਦ ਸਰੂਪ ਹੈ ਤੇ ਅਨੂਪਮ ਕਹੀਏ ਉਪਮਾ ਤੋਂ ਰਹਿਤ। ਇਸ ਵਿਦ ਪ੍ਰੋਗ ਗਿਆਨ ਹੋਇ ਆਵੇ। ਇਸ ਪ੍ਰਕਾਰ ਕਹਿੰਦੇ ਇਸ ਤਰੀਕੇ ਦੇ ਨਾਲ ਪ੍ਰੋਖ ਗਿਆਨ ਹੋ ਜਾਂਦਾ ਹੈ। ਪ੍ਰੋਖ ਗਿਆਨ ਕਹਿੰਦੇ ਆ ਜਿਹੜਾ ਅਦ੍ਰਿਸ਼ਟ ਗਿਆਨ ਹੋਵੇ, ਸਾਹਮਣੇ ਨਾ ਹੋਵੇ, ਅੱਖਾਂ ਤੋਂ ਓਹਲੇ ਹੋਵੇ, ਪ੍ਰੋਖ ਗਿਆਨ ਪ੍ਰਾਪਤ ਹੁੰਦਾ ਹੈ। ਅਨਰਮਾਨ ਕੀਨ ਹੋਇ ਜਾਵੇ। ਜਦੋਂ ਕਹਿੰਦੇ ਇਹ ਪ੍ਰੋਖ ਗਿਆਨ ਪ੍ਰਾਪਤ ਹੋ ਗਿਆ, ਉਸ ਵੇਲੇ ਤਨ ਦਾ ਜਿਹੜਾ ਅਭਿਮਾਨ ਹੈ, ਦੇਹ ਦੀ ਹੰਗਤਾ ਹੈ, ਦੇਹ ਦਾ ਹੰਕਾਰ ਹੈ, ਖੀਨ ਹੋਏ ਜਾਵੇ, ਇਹ ਨਾਸ਼ ਹੋ ਜਾਂਦਾ ਹੈ। ਜਗ ਮਨਨ ਧਿਆਸਨ ਦੁਆਰਾ, ਜਦੋਂ ਫਿਰ ਕਹਿੰਦੇ ਮੰਨਣ ਕਰਕੇ ਔਰ ਨਿਧਿਆਸਣ ਕਰਕੇ ਇਹਨਾਂ ਦੇ ਦੁਆਰਾ ਬੋਧ ਪਇਓ ਸਖਿਆ ਦੋਦਾਰਾ, ਅਗਲੀ ਅਵਸਥਾ ਨੂੰ ਸਾਖਿਆਤ ਸਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ। ਬ੍ਰਹਮਾਕਾਰ ਬ੍ਰਿਤ ਦ੍ਰਿੜ ਭਈ, ਉਸ ਵੇਲੇ ਜਿਹੜੀ ਬਿਰਤੀ ਹੈ ਉਹ ਬ੍ਰਹਮਾਕਾਰ ਹੋ ਜਾਂਦੀ ਹੈ ਔਰ ਬੜੀ ਦ੍ਰਿੜਤਾ ਸਹਿਤ ਹੋ ਜਾਂਦੀ ਹੈ। ਹੋਰ ਵਿਦਿਆ ਸ਼ੈ ਹੋਇ ਗਈ। ਜਦੋਂ ਕਹਿੰਦੇ ਬਿਰਤੀ, ਮਨ ਦੀ ਬਿਰਤੀ ਬ੍ਰਹਮਾਕਾਰ ਹੋ ਗਈ, ਅਹੰ ਭਾਵ ਨੂੰ ਤਿਆਗ ਦਿੱਤਾ, ਉਸ ਵੇਲੇ ਜਿਹੜੀ ਮੂਲ ਅਵਿਦਿਆ ਛੈ ਹੋਏ ਗਈ। ਮੂਲ ਅਵਿਦਿਆ ਨਾ ਜਿਹੜੀ, ਉਹ ਉਸ ਵੇਲੇ ਉਸ ਦਾ ਵਿਨਾਸ਼ ਹੋ ਜਾਂਦਾ ਹੈ। ਮੂਲ ਅਵਿਦਿਆ ਛੈ ਹੋਏ ਗਈ, ਮੂਲ ਅਵਿਦਿਆ ਦਾ ਨਾਸ਼ ਹੋ ਜਾਂਦਾ ਹੈ। ਉਸ ਵੇਲੇ ਦੋ ਪ੍ਰਕਾਰ ਦੀ ਜਿਹੜੀ ਇਹ ਅਵਿਦਿਆ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਮੂਲਾ ਵਿਦਿਆ ਤੇ ਇੱਕ ਹੁੰਦੀ ਹੈ ਤੁਲਾ ਵਿਦਿਆ। ਮੂਲਾ ਵਿਦਿਆ ਜਿਹੜੀ ਹੈ ਸੋ ਉਹ ਗੁਰਮੁਖ ਪਿਆਰਿਓ ਜਿਵੇਂ ਸਰੂਪ ਨੂੰ ਜਿਹੜੀ ਢੱਕ ਕੇ ਰੱਖਦੀ ਹੈ, ਸਰੂਪ ਦਾ ਗਿਆਨ ਨਹੀਂ ਹੋਣ ਦਿੰਦੀ, ਆਤਮ ਦਾ ਗਿਆਨ ਨਹੀਂ ਹੋਣ ਦਿੰਦੀ, ਉਸ ਦਾ ਨਾਮ ਤਾਂ ਹੈ ਮੂਲਾ ਵਿਦਿਆ। ਅਤੇ ਜਿਹੜੀ ਜਿਵੇਂ ਘਟ ਮਠ ਆਦਿਕ ਸਾਰੇ ਪਦਾਰਥਾਂ ਦੇ ਵਿੱਚ ਹੀ ਉਹ ਪਰਮਾਤਮਾ ਦੀ ਅੰਸ਼ ਹੈ, ਜਿਹੜੀ ਉਸ ਦੇ ਗਿਆਨ ਨੂੰ ਢੱਕ ਕੇ ਰੱਖਦੀ ਹੈ, ਉਹਦਾ ਨਾਮ ਤੁਲਾ ਵਿਦਿਆ ਹੈ। ਸੋ ਇਹ ਜਿਹੜੀ ਮੂਲਾ ਵਿਦਿਆ, ਤੁਲਾ ਵਿਦਿਆ, ਇਹ ਦੋਵੇਂ ਪ੍ਰਕਾਰ ਦੀ ਨਾਸ਼ ਹੋ ਜਾਂਦੀ ਹੈ ਜਦੋਂ ਅੰਤःਕਰਨ ਦੀ ਬ੍ਰਿਤੀ ਬ੍ਰਹਮਾਕਾਰ ਹੋ ਜਾਂਦੀ ਹੈ, ਦ੍ਰਿੜ ਹੋ ਜਾਂਦੀ ਹੈ। ਫਿਰ ਕਹਿੰਦੇ ਉੱਥੇ ਤਨ ਦਾ ਅਭਿਮਾਨ ਕਿੱਥੇ ਰਹਿੰਦਾ, ਭਾਵ ਤਨ ਦਾ, ਸਰੀਰ ਦਾ ਅਭਿਮਾਨ, ਸਰੀਰ ਦਾ ਹੰਕਾਰ ਨਹੀਂ ਰਹਿੰਦਾ, ਖਤਮ ਹੋ ਜਾਂਦਾ ਹੈ। ਫਿਰ ਕਹਿੰਦੇ ਜਿਹੜਾ ਆਪਣਾ ਸਰੂਪ ਹੈ ਉਹਨੂੰ ਯਥਾਰਥ ਜੋ ਉਹਦਾ ਸੱਚ ਹੈ ਉਹਦਾ ਗਿਆਨ ਹੋ ਜਾਂਦਾ ਹੈ, ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਔਰ ਕਹੀਏ ਹਿਰਦੇ ਦੇ ਵਿੱਚ ਜਿਹੜਾ ਸਿਮਰਨ ਕਰਨਾ ਹੈ, ਇਹ ਸਿਮਰਨ ਕਰਨ ਦੇ ਨਾਲ ਕਹਿੰਦੇ ਆਤਮਾ ਦਾ ਵਿਗਿਆਨ, ਅਪਰੋਖ ਗਿਆਨ, ਪ੍ਰਤੱਖ ਗਿਆਨ, ਸਾਖਸ਼ਾਤ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਔਰ ਇਸ ਗਿਆਨ ਦੇ ਕਰਕੇ ਕਹਿੰਦੇ ਜਿਹੜਾ ਵਿਗਿਆਨ ਹੈ, ਵਿਸ਼ੇਸ਼ ਕਰਕੇ ਗਿਆਨ ਹੈ ਆਪਣੇ ਸਰੂਪ ਦਾ, ਉਹਦਾ ਪ੍ਰਕਾਸ਼ ਹੋ ਜਾਂਦਾ ਹੈ, ਮਹਾਨ ਹੀ ਵੱਡਾ ਜਿਹੜਾ ਗਿਆਨ ਹੈ ਸੋ ਉਹ ਸਾਖਿਆਤਕਾਰ ਹੋ ਜਾਂਦਾ ਹੈ। ਅੱਗੇ 6 ਪ੍ਰਕਾਰ ਦੇ ਪ੍ਰਮਾਣ ਦੱਸਦੇ ਆ, ਜਿਹੜੇ ਆਪਾਂ ਪਹਿਲਾਂ ਪੜ੍ਹੇ ਸੀ ਨਾ, ਵੀ ਜਿਹੜਾ ਬ੍ਰਹਮ ਹੈ ਪ੍ਰਮਾਣਾਂ ਦਾ ਅਵਿਸ਼ੇ ਹੈ, ਪ੍ਰਮਾਣਾਂ ਦੇ ਵਿੱਚ ਨਹੀਂ ਆਉਂਦਾ, ਉਹਨੂੰ ਕਿਸੇ ਪ੍ਰਮਾਣ ਦੁਆਰਾ ਸਿੱਧ ਨਹੀਂ ਕੀਤਾ ਜਾ ਸਕਦਾ। ਸੋ
ਬ੍ਰਹਮ ਜਿਹੜਾ ਹੈ ਪ੍ਰਮਾਣਾਂ ਤੋਂ ਤਾਂ ਰਹਿਤ ਹੈ, ਪ੍ਰਮਾਣਾਂ ਦੇ ਨਾਲ ਨਹੀਂ ਉਹਨੂੰ ਦੱਸਿਆ ਜਾ ਸਕਦਾ, ਸਾਖਿਆਤਕਾਰ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਜੋ ਇਹ ਵਿਧੀ ਦੇ ਹਿਸਾਬ ਦੇ ਨਾਲ ਇਹਨਾਂ ਪ੍ਰਮਾਣਾਂ ਦੁਆਰਾ ਉਹਨੂੰ ਕਿਵੇਂ ਦੱਸਿਆ ਜਾਂਦਾ, ਕਿਵੇਂ ਜਾਣਿਆ ਜਾਂਦਾ ਹੈ, ਦੱਸਦੇ ਹਨ। ਖਟ ਕਹੀਏ 6 ਪ੍ਰਕਾਰ ਦੇ ਜਿਹੜੇ ਪ੍ਰਮਾਣ ਹੈ ਉਹਨਾਂ ਦੁਆਰਾ ਪ੍ਰਕਾਸ਼ ਪ੍ਰਗਟ ਕਿਵੇਂ ਹੁੰਦਾ ਹੈ। ਔਰ ਕਹਿੰਦੇ ਜਿਹੜੇ 6 ਪ੍ਰਕਾਰ ਦੇ ਪ੍ਰਮਾਣ ਹੈ ਉਹਨਾਂ ਦੁਆਰਾ ਪ੍ਰਕਾਸ਼ ਹੁੰਦਾ ਹੈ ਕਿ ਜਿਹੜੀ ਅਵਿਦਿਆ ਜਿਹੜੀ ਨਾਸ਼ ਹੋਈ ਹੈ ਬ੍ਰਹਮਾਕਾਰ ਬਿਰਤੀ ਕਰਕੇ, ਹਾਂ ਜਿਹੜਾ ਆਪਣੇ ਆਪ ਦੇ ਵਿੱਚ ਜਿਹੜੇ ਮੋਹ ਹੈ, ਸੋ ਇਹ ਮੋਹ ਇਤਿਆਦਿਕ ਦੇ ਜਿਹੜੇ ਕਾਰਜ ਹੈ, ਮੋਹ ਆਦਿਕ ਜਿਹੜੇ ਆਪਣੇ ਕਾਰਜ ਕਰਨੇ ਨੂੰ ਅਵਿਦਿਆ ਜਿਹੜੀ ਹੈ ਉਹ ਸਮਰੱਥ ਨਹੀਂ ਹੈ। ਜਿਹੜੇ ਇਹ 6 ਪ੍ਰਕਾਰ ਦੇ ਪ੍ਰਮਾਣ ਹਨ ਸੋ ਉਹਨਾਂ ਨੂੰ ਚਿੱਤ ਲਾ ਕੇ ਧਿਆਨ ਦੇ ਨਾਲ ਸਰਵਣ ਕਰੋ, ਜਿਹਦੇ ਨਾਲ ਸਾਰੇ ਪ੍ਰਕਾਰ ਦੇ ਸੰਸ਼ੇ, ਸਾਰੇ ਪ੍ਰਕਾਰ ਦੇ ਜਿਹੜੇ ਸ਼ੰਕੇ ਹੈ, ਸੰਦੇਹ ਹੈ, ਸ਼ੱਕ ਹੈ, ਉਹ ਨਿਵਰਤ ਹੋ ਜਾਣਗੇ। ਸਭ ਪ੍ਰਕਾਰ ਦੇ ਜਿਹੜੇ ਪ੍ਰਸ਼ਨ ਹੈ ਉਹ ਖਤਮ ਹੋ ਜਾਣਗੇ। ਅੱਗੇ 6 ਪ੍ਰਮਾਣ ਜਿਹੜੇ ਆਉਣਗੇ, ਸ਼ਬਦ ਪ੍ਰਮਾਣ ਹੈ, ਅਨੁਮਾਨ ਪ੍ਰਮਾਣ ਹੈ, ਸੋ ਇਸੇ ਪ੍ਰਕਾਰ ਜੋ ਅਰਥਾਪਤੀ ਪ੍ਰਮਾਣ ਹੈ ਇਤਿਆਦਿਕ ਜਿਹੜੇ 6 ਪ੍ਰਕਾਰ ਦੇ ਪ੍ਰਮਾਣ ਆਉਣਗੇ, ਇਹਨਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਕਰ ਲਵਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਅੱਗੇ ਜਿਹੜੀ ਕਥਾ ਆ ਰਹੀ ਹੈ, ਸਮਾਂ ਭਾਵੇਂ ਥੋੜ੍ਹਾ ਜਿਹਾ ਰਹਿੰਦਾ ਸੀ, ਪਰ ਕਿਉਂਕਿ ਇਹ ਬੜਾ ਸੂਖਮ ਜਿਹਾ ਵਿਸ਼ਾ ਆ ਰਿਹਾ ਅੱਗੇ, ਜਿਸ ਕਰਕੇ ਪੂਰਨ ਇਕਾਗਰਤਾ ਦੇ ਨਾਲ ਆਰੰਭਤਾ ਤੋਂ ਲੈ ਕੇ ਆਪਾਂ ਇਹਨੂੰ ਫਿਰ ਬੜੇ ਵਿਸਥਾਰ ਦੇ ਸਹਿਤ ਵਿਚਾਰਾਂਗੇ। ਇਸ ਕਰਕੇ ਆਪਾਂ ਅੱਗੇ ਇਸ ਨੂੰ ਨਹੀਂ ਵਿਚਾਰ ਰਹੇ, ਇੱਥੇ ਹੀ ਸਮਾਪਤੀ ਹੈ। ਸੋ ਪ੍ਰਮਾਣ ਖਟ ਸੁਣ ਚਿਤ ਲਾਈ, ਜਿਸ ਤੇ ਸੰਸੈ ਸਭ ਬਿਨਸਾਈ। हे गोविंद हे गोपाल हे दयाल लाल, प्राणनाथ नाथ सखे दीन दर्द निवार। हे समर्थ आगम पूरन मोहे मया तार। अंधकूप महापयान नानक पार उतार। वाहिगुरु जी का खालसा, वाहिगुरु जी की फतेह।